ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਬੇਸ਼ੁਮਾਰ ਅਥਾਹ ਅਗਣਿਤ ਅਤੁਲੈ। ਜਿਉ ਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਧੀ ਜਲ ਮੁਈ ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ। ਨਾਨਕ ਬਿਨ ਨਾਮੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨ ਕਰੇ ਵਿਚਾਰ। ਨਾਨਕ ਬਿਨ ਨਾਮੈ ਕੋ ਨਹੀਂ ਜਿਚਰ ਸ਼ਬਦ ਨ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉਜਲ ਦੁੱਤਰ ਤਰੀਐ ਜੀਓ। ਵਾਹਿਗੁਰੂ ਪਰਮਾਤਮਾ ਦੇ ਗੁਣ ਗਾਈਏ ਹਰ ਰੋਜ਼। ਵਾਹਿਗੁਰੂ ਦੇ ਗੁਣ ਗੁਣ ਗੁਣਾਓ। ਵਾਹਿਗੁਰੂ ਦੇ ਨਾਮ ਦੀ ਕਥਾ ਰੋਜ਼ ਸੁਣਨੀ ਹੈ ਔਰ ਸਤ ਸੰਗਤ ਵੀ ਰੋਜ਼ ਕਰਨਾ ਹੈ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉਜਲ ਦੁੱਤਰ ਤਰੀਐ ਜੀਓ। ਸੁਆਓ ਐਸਾ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ। ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਜੋ ਆਪ ਸਰਵਣ ਕਰਦੇ ਹੋ ਤੇ ਦੇ ਤਹਿਤ ਰਾਗ ਵਡਹੰਸ ਦੀ ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਅਤੇ ਪੌੜੀਆਂ ਦੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਨ। 588 ਅੰਗ ਤੇ ਸਤਿਗੁਰੂ ਜੀ ਜੋ ਬਖਸ਼ਿਸ਼ ਕਰ ਰਹੇ ਹਨ। ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਕਿ ਜਿਹੜਾ ਸਮਾਂ ਹੈ ਅੱਜ ਦਾ ਮਨੁੱਖ ਦੇ ਅੰਦਰ ਤ੍ਰਿਸ਼ਨਾ ਬਹੁਤ ਵੱਧ ਗਈ ਹੈ। ਤ੍ਰਿਸ਼ਨਾ ਦੀ ਅੱਗ ਦੇ ਕਰਕੇ ਲੋਕਾਈ ਦੁਖੀ ਹੋ ਰਹੀ ਹੈ, ਸੜ ਰਹੀ ਹੈ, ਭੁੱਜ ਰਹੀ ਹੈ। ਮਹਾਰਾਜ ਇਸ ਲੋਕਾਈ ਨੂੰ ਦੁਨੀਆ ਨੂੰ ਸੁੱਖ ਕਿਵੇਂ ਮਿਲ ਸਕਦਾ ਹੈ? ਤੇ ਮਹਾਰਾਜ ਫਰਮਾਨ ਕਰਦੇ ਨੇ ਭਾਈ ਵਾਹਿਗੁਰੂ ਦਾ ਨਾਮ ਜਪ ਕੇ ਹੀ ਜੀਵ ਤ੍ਰਿਸ਼ਨਾ ਦੀ ਅੱਗ ਤੋਂ ਬਚ ਸਕਦਾ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਦੇ ਉਧਾਰ ਵਾਸਤੇ ਇਹ ਸਾਨੂੰ ਸਾਰਿਆਂ ਨੂੰ ਉਪਦੇਸ਼ ਕਰ ਰਹੇ ਹਨ। ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨਾਲ ਸਾਂਝ ਪਾਈਏ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਹਨ। ਪਹਿਲਾਂ ਸੰਸਾਰ ਦੀ ਵਾ ਮਨੁੱਖਾਂ ਦੀ ਅਵਸਥਾ ਦੱਸੀ ਹੈ। ਤ੍ਰਿਸ਼ਨਾ ਦਾਦੀ ਜਲ ਮੁਈ
ਜਲ ਜਲ ਕਰੇ ਪੁਕਾਰ। ਤ੍ਰਿਸ਼ਨਾ ਦੀ ਅਗਨ ਨਾਲ ਦਾਦੀ ਭਾਵ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਹੀ ਲੋਕਾਈ ਭਾਵ ਜਿਹੜੇ ਜੀਵ ਹਨ, ਖਾਸ ਕਰਕੇ ਜਿਹੜੇ ਮਨੁੱਖ ਹਨ, ਔਰ ਜਲਦੇ ਪਏ ਨੇ, ਦਿਨ ਰਾਤ ਸੜਦੇ ਹੋਏ ਪੁਕਾਰਾਂ ਕਰ ਰਹੇ ਹਨ। ਇੱਕ ਪਾਸੇ ਤ੍ਰਿਸ਼ਨਾ ਦੀ ਅੱਗ ਵਿੱਚ ਵੀ ਹੱਥ ਪਾ ਰਹੇ ਨੇ, ਦੂਜੇ ਪਾਸੇ ਕਹਿੰਦੇ ਸਾਡੀ ਰੱਖਿਆ ਕਰੋ। ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ। ਤ੍ਰਿਸ਼ਨਾ ਦੀ ਅੱਗ ਕਰਕੇ ਮਨੁੱਖ ਹਰ ਸਮੇਂ ਤਪ ਰਿਹਾ ਹੈ, ਦੁਖੀ ਹੋ ਰਿਹਾ ਹੈ। ਇੱਥੇ ਹੀ ਨਹੀਂ ਫਿਰ ਜਲ ਜਲ ਕਰੇ ਪੁਕਾਰ ਭਾਵ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਵੀ ਅੱਗੇ ਵੀ ਫਿਰ ਇਹ ਸੜਦਾ ਹੈ, ਅੱਗੇ ਹੋਰ ਨਰਕਾਂ ਦੀ ਅੱਗ ਦੇ ਵਿੱਚ ਸੜਦਾ ਹੈ ਅਤੇ ਫਿਰ ਜੀਵ ਆਤਮਾ ਉੱਥੇ ਬੜੀਆਂ ਪੁਕਾਰਾਂ ਕਰਦੀ ਹੈ। ਉਸ ਸਮੇਂ ਮਹਾਰਾਜ ਕਹਿੰਦੇ ਤੇਰੀ ਕੋਈ ਵੀ ਪੁਕਾਰ ਸੁਣਨ ਵਾਲਾ ਨਹੀਂ ਹੋਵੇਗਾ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ। ਹਾਉ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰੁਆਇਆ। ਮਨ ਅੰਧੈ ਜਨਮ ਗਵਾਇਆ। ਉੱਥੇ ਕੋਈ ਵੀ ਇਹਦੇ ਰੋਣੇ ਨੂੰ ਸੁਣਦਾ ਨਹੀਂ, ਪੁਕਾਰਾਂ ਬੜੀਆਂ ਕਰਦਾ ਹੈ। ਪਰ ਇਹ ਸਾਰਾ ਕਿਉਂ ਹੋਇਆ? ਕਿਉਂਕਿ ਮਨੁੱਖਾ ਤਨ ਜਦੋਂ ਮਿਲਿਆ ਸੀ ਤੇ ਮਨੁੱਖ ਹਰ ਸਮੇਂ ਤ੍ਰਿਸ਼ਨਾ ਦੇ ਵਿੱਚ ਹੀ ਲੱਗਾ ਰਹਿੰਦਾ ਸੀ। ਪਾਤਸ਼ਾਹ ਕਹਿੰਦੇ ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ। ਜੇਕਰ ਆਤਮਕ ਠੰਡ ਦੇਣ ਵਾਲੇ ਸਤਿਗੁਰੂ ਜੀ ਮਿਲ ਪੈਣ ਫਿਰ ਇਹ ਜੀਵ ਆਤਮਾ ਦੂਜੀ ਵਾਰ ਭਾਵ ਆਵਾਗਮਨ ਦੇ ਚੱਕਰ ਵਿੱਚ ਨਹੀਂ ਪਵੇਗੀ। ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ। ਤਪਦੇ ਹੋਏ ਜੀਵ ਨੂੰ ਕੇਵਲ ਸਤਿਗੁਰੂ ਦਾ ਸ਼ਬਦ ਹੀ ਠੰਡ ਦਿੰਦਾ ਹੈ, ਨਾਮ ਹੀ ਠੰਡ ਦਿੰਦਾ ਹੈ। ਕੱਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਸਿਮਰੋ ਸਿਮਰ ਸਿਮਰ ਸੁਖ ਪਾਓ। ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ। ਜਤ ਕਤ ਮੋਏ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨੀ ਡੂਬੈ ਤਸਕਰ ਨੀ ਲੇਵੈ ਭਾਏ ਨਾ ਸਾਕੈ ਜਾਲੇ। ਤੋ ਕੇਵਲ ਇੱਕੋ ਹੀ ਤਰੀਕਾ ਹੈ ਦੁੱਖਾਂ ਦੀ ਅੱਗ ਤੋਂ, ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ। ਉਹ ਹੈ ਗੁਰੂ ਦੀ ਬਾਣੀ ਨਾਲ ਜੁੜ ਜਾਵੇ ਜੀਵ। ਜੇਕਰ ਐਸੇ ਸਤਿਗੁਰੂ ਨੂੰ ਮਿਲ ਪਵੇ ਮਹਾਰਾਜ ਕਹਿੰਦੇ ਫਿਰ ਇਹਦਾ ਦੂਜੀ ਵਾਰ ਆਵਾਗਮਨ ਨਹੀਂ ਹੋਵੇਗਾ। ਨਾਨਕ ਬਿਨ ਨਾਮੈ ਨਿਰਭਉ ਕੋ ਨਹੀਂ। ਜਿਚਰ ਸ਼ਬਦ ਨਾ ਕਰੇ ਵਿਚਾਰ। ਨਾਮ ਦਾ ਦਾਤਾ ਸਤਿਗੁਰੂ ਹੈ ਤੇ ਨਾਮ ਤੋਂ ਬਿਨਾਂ ਜੀਵ ਕਦੇ ਵੀ ਨਿਰਭਉ ਪਦਵੀ ਨਹੀਂ ਪਾ ਸਕਦਾ। ਜਦੋਂ ਤੱਕ ਮਨੁੱਖ ਦੇ ਕੋਲ ਨਾਮ ਨਹੀਂ ਹੈ ਇਹ ਡਰਿਆ ਰਹਿੰਦਾ ਹੈ ਤੇ ਸਹਿਮਿਆ ਰਹਿੰਦਾ, ਭਰਮ ਵਿੱਚ ਰਹਿੰਦਾ ਹੈ। ਜਦੋਂ ਤੱਕ ਆਪਣੇ ਕੋਲ ਨਾਮ ਨਹੀਂ ਨਾ, ਜਿਵੇਂ ਜਿਸ ਮਨੁੱਖ ਦੇ ਕੋਲ ਦੁਨਿਆਵੀ ਧਨ ਨਾ ਹੋਵੇ ਉਹ ਹਰ ਸਮੇਂ ਡਰਿਆ ਵੀ ਰਹਿੰਦਾ ਵੀ ਮੈਨੂੰ ਕੋਈ ਬਿਮਾਰੀ ਨਾ ਲੱਗ ਜੇ। ਕਿਉਂ ਲੱਗ ਗਈ ਬਿਮਾਰੀ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਉਹਨੂੰ ਇਹ ਵੀ ਡਰ ਹੈ ਕੋਈ ਬਿਪਤਾ ਨਾ ਪੈ ਜਾਵੇ ਕਿ ਕੋਈ ਬਿਪਤਾ ਪੈ ਗਈ, ਮੇਰੇ ਕੋਲ ਕੋਈ ਪੈਸਾ ਨਹੀਂ, ਮੈਂ ਕਿਵੇਂ ਉਸ ਨੂੰ ਹੱਲ ਕਰਾਂਗਾ। ਜਿਸ ਮਨੁੱਖ ਦੇ ਕੋਲ ਬਹੁਤ ਧਨ ਹੁੰਦਾ ਉਹਨੂੰ ਇੰਨਾ ਫਿਕਰ ਨਹੀਂ ਹੁੰਦਾ। ਜਿਵੇਂ ਆਪਾਂ ਵੇਖਦੇ ਹਾਂ ਜਿਹੜਾ ਮਨੁੱਖ ਬਹੁਤ ਪੈਸੇ ਵਾਲਾ ਹੈ ਅੱਜ ਕੱਲ੍ਹ ਉਹਨੂੰ ਗੋਡਿਆਂ ਦੀ ਪ੍ਰੋਬਲਮ ਆਵੇ ਗੋਡਿਆਂ ਦਾ ਆਪਰੇਸ਼ਨ ਕਰਾ ਲੈਂਦਾ ਹੈ। ਅੱਖਾਂ ਦਾ ਰੋਗ ਹੋ ਜੇ ਉਹਦਾ ਭਾਵ ਮਹਿੰਗੇ ਤੋਂ ਮਹਿੰਗਾ ਇਲਾਜ ਹੈ, ਬੰਦਾ ਫਿਰ ਠੀਕ ਹੋ ਜਾਂਦਾ ਹੈ। ਗਰੀਬ ਬੰਦਾ ਉਹ ਝੂਰਦਾ ਰਹਿੰਦਾ ਹਰ ਸਮੇਂ ਵੀ ਮੇਰੇ ਕੋਲ ਪੈਸਾ ਨਹੀਂ ਤੇ ਉਸ ਦੁੱਖ ਨੂੰ ਵੀ ਹੰਡਾਉਂਦਾ ਸਰੀਰ ਦੇ ਉੱਪਰ। ਕੋਈ ਵੀ ਬਿਮਾਰੀ ਸਰੀਰ ਦੀ ਹੈ ਉਹਨੂੰ ਹੰਡਾਉਣੀ ਪੈਂਦੀ, ਇਸ ਕਰਕੇ ਉਹ ਡਰਿਆ ਰਹਿੰਦਾ ਹਰ ਸਮੇਂ ਤੇ ਭਰਮ ਵਿੱਚ ਵੀ ਰਹਿੰਦਾ ਹੈ। ਜਿਹਦੇ ਕੋਲ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹਦੇ ਕੋਲ ਨਾਮ ਦਾ ਧਨ ਹੈ ਉਹ ਸਭ ਤਰ੍ਹਾਂ ਦੇ ਫਿਕਰਾਂ ਤੋਂ ਮੁਕਤ ਹੋ ਜਾਂਦਾ। ਉਹਨੂੰ ਪਰਵਾਹ ਨਹੀਂ ਹੁੰਦੀ, ਉਹਨੂੰ ਪਤਾ ਹੁੰਦਾ ਮੇਰੇ ਕੋਲ ਨਾਮ ਧਨ ਹੈ, ਮੇਰੀ ਸਹਾਇਤਾ ਕਰੇਗਾ।
ਨਾਮ ਧਨ ਉਹਦੀ ਸਹਾਇਤਾ ਕਰਦਾ ਵੀ ਹੈ। ਜਿਵੇਂ ਦੁਨਿਆਵੀ ਧਨ, ਇਹ ਵੀ ਇੱਕ ਬਹੁਤ ਵੱਡੀ ਸ਼ਕਤੀ ਹੈ, ਇਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਮਾੜਾ ਤਾਂ ਹੈ ਜਦੋਂ ਆਪਾਂ ਗੁਰੂ ਤੋਂ ਬੇਮੁਖ ਹੋ ਕੇ ਚੱਲਦੇ ਹਾਂ, ਵਰਨਾ ਇਹ ਧਨ ਮਾੜਾ ਨਹੀਂ ਹੈ। ਇਹ ਵੀ ਇੱਕ ਸ਼ਕਤੀ ਬਣਾਈ ਰੱਬ ਨੇ, ਮਾੜੀ ਨਹੀਂ ਬਣਾਈ। ਰੱਬ ਨੇ ਸਾਡਾ ਸਰੀਰ ਬਣਾਇਆ, ਇਹ ਮਾੜਾ ਥੋੜ੍ਹਾ ਬਣਾਇਆ। ਅੱਖਾਂ ਬਣਾਈਆਂ ਨੇ, ਮਾੜੀਆਂ ਥੋੜ੍ਹਾ ਬਣਾਈਆਂ ਨੇ। ਪਰ ਜੇ ਆਪਾਂ ਇਹਨਾਂ ਨਾਲ ਮਾੜਾ ਵੇਖਾਂਗੇ ਫਿਰ ਇਹਨਾਂ ਅੱਖਾਂ ਦਾ ਦੋਸ਼ ਨਹੀਂ ਹੈ, ਦੋਸ਼ ਵਰਤਣ ਵਾਲੇ ਦਾ। ਭਾਂਡਾ ਉਹੀ ਹੈ, ਉਹਦੇ ਵਿੱਚ ਤੁਸੀਂ ਜ਼ਹਿਰ ਵੀ ਪਾ ਕੇ ਪੀ ਸਕਦੇ ਹੋ, ਉਹਦੇ ਵਿੱਚ ਦੁੱਧ ਪਦਾਰਥ ਪਾ ਕੇ ਵੀ ਛਕ ਸਕਦੇ ਹੋ। ਭਾਂਡੇ ਦਾ ਕੋਈ ਕਸੂਰ ਨਹੀਂ ਹੈ। ਇਸੇ ਤਰ੍ਹਾਂ ਮਾਇਆ ਦਾ ਵੀ ਕੋਈ ਕਸੂਰ ਨਹੀਂ ਹੈ। ਜੇਕਰ ਜੀਵ ਗੁਰੂ ਦੀ ਮੱਤ ਦੇ ਅਨੁਸਾਰ ਚੱਲੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦੇ ਕੋਲ ਨਾਮ ਦਾ ਧਨ ਹੈ, ਉਹਨੂੰ ਕੋਈ ਕਮਜ਼ੋਰੀ ਆਵੇ ਕਿਸੇ ਤਰ੍ਹਾਂ ਦੀ, ਕਿਸੇ ਤਰ੍ਹਾਂ ਦਾ ਰੋਗ ਉਹਦੇ 'ਤੇ ਆਵੇ ਤਾਂ ਉਹ ਨਾਮ ਜਪ ਕੇ, ਹੋਰ ਬਾਣੀ ਪੜ੍ਹ ਕੇ ਉਸ ਤੋਂ ਮੁਕਤ ਹੋ ਜਾਂਦਾ ਹੈ। ਪਰ ਜਿਹਦੇ ਕੋਲ ਨਾਮ ਧਨ ਨਹੀਂ ਹੈ, ਉਹ ਰੋਂਦਾ ਰਹਿੰਦਾ ਹੈ, ਉਸ ਦੁੱਖ ਨੂੰ ਹੰਡਾਉਂਦਾ ਹੈ, ਆਪਣੇ ਸਰੀਰ 'ਤੇ ਵਿਕਾਰਾਂ ਦੇ ਹਮਲੇ ਨੂੰ ਆਪਣੇ ਤਨ 'ਤੇ ਹੰਡਾਉਂਦਾ ਹੈ। ਮਹਾਰਾਜ ਕਹਿੰਦੇ ਕੇਵਲ ਨਾਮ ਹੀ ਹੈ ਜਿਹੜਾ ਮਨੁੱਖ ਨੂੰ ਨਿਰਭਉ ਪਦਵੀ ਦੇ ਦਿੰਦਾ। ਜਦੋਂ ਨਾਮ ਕੋਲ ਹੋਵੇ ਬੰਦਾ ਬੇਫਿਕਰ ਹੁੰਦਾ ਹੈ। ਜਿਸ ਬੰਦੇ ਕੋਲ ਬਹੁਤਾ ਧਨ ਹੈ ਉਹਨੂੰ ਕੋਈ ਫਿਕਰ, ਜਿੱਥੇ ਮਰਜ਼ੀ ਘੁੰਮੀ ਫਿਰੀ ਜਾਵੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹਦੇ ਕੋਲ ਨਾਮ ਦਾ ਧਨ ਹੈ ਉਹਨੂੰ ਵੀ ਕੋਈ ਪਰਵਾਹ ਨਹੀਂ ਹੁੰਦੀ। ਪਰ ਇਹ ਨਾਮ ਮਿਲਦਾ ਹੈ ਗੁਰੂ ਕੋਲੋਂ। ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਆਪਾਂ ਸ਼ਬਦ ਜਿਹੜਾ ਬਾਣੀ ਪੜ੍ਹਨੀ ਹੈ ਇਹਨੂੰ ਆਪਾਂ ਆਪਣੇ ਜੀਵਨ 'ਤੇ ਲਾਗੂ ਕਰੀਏ। ਵੀ ਜੇ ਬਾਣੀ ਸਾਨੂੰ ਕਹਿੰਦੀ ਝੂਠ ਨਾ ਬੋਲ, ਤੇ ਆਪਾਂ ਗੁਰੇਜ਼ ਕਰੀਏ ਵੀ ਝੂਠ ਨਾ ਬੋਲੀਏ। ਬਾਣੀ ਕਹਿੰਦੀ ਨਿੰਦਿਆ ਨਾ ਕਰ, ਆਪਾਂ ਇਹਨਾਂ ਚੀਜ਼ਾਂ ਤੋਂ ਹਟਣਾ ਹੈ। ਜਿਵੇਂ ਪੰਚਮ ਪਾਤਸ਼ਾਹ ਜੀ ਦੇ ਬਚਨ ਨੇ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਜੀ ਦੇ ਵਿੱਚ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਸਤਿਗੁਰੂ ਸਿੱਖ ਦੇ ਬੰਧਨ ਕੱਟਣ ਨੂੰ ਤਿਆਰ ਹੈ, ਪਰ ਅੱਗੇ ਸ਼ਰਤ ਹੈ ਇੱਕ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਵੀ ਸਿੱਖਾ ਤੈਨੂੰ ਵਿਕਾਰ ਛੱਡਣੇ ਪੈਣਗੇ। ਡਾਕਟਰ ਕਹਿੰਦਾ ਵੀ ਮੈਂ ਤੈਨੂੰ ਠੀਕ ਕਰ ਦਿਆਂਗਾ, ਵੀ ਤੈਨੂੰ ਇਹ ਪਰਹੇਜ਼ ਰੱਖਣਾ ਪਵੇਗਾ, ਠੀਕ ਹੋ ਜਾਏਗਾ ਬਿਲਕੁਲ, ਤੂੰ ਇਸ ਚੀਜ਼ ਦਾ ਪਰਹੇਜ਼ ਰੱਖਣਾ ਹੈ ਤੇ ਇਹ ਦਵਾਈ ਖਾਣੀ ਹੈ। ਆਪਾਂ ਵੀ ਸੁੱਖ ਚਾਹੁੰਦੇ ਹਾਂ, ਆਤਮਕ ਆਨੰਦ ਚਾਹੁੰਦੇ ਹਾਂ, ਤੇ ਮਹਾਰਾਜ ਕਹਿੰਦੇ ਤੈਨੂੰ ਪਰਹੇਜ਼ ਕਰਨਾ ਪਏਗਾ, ਵਿਕਾਰਾਂ ਵੱਲੋਂ ਰੁਕਣਾ ਪਏਗਾ, ਤੇ ਸ਼ਬਦ ਦਾ ਅਭਿਆਸ ਜ਼ਿਆਦਾ ਕਰਨਾ ਪਵੇਗਾ। ਤੋ ਮਹਾਰਾਜ ਕਹਿੰਦੇ ਜਦੋਂ ਤੱਕ ਇਹ ਨਹੀਂ ਕਰਦਾ ਉਦੋਂ ਤੱਕ ਤੂੰ ਡਰ ਵਿੱਚ ਰਹੇਗਾ, ਹਰ ਸਮੇਂ ਭਰਮ ਵਿੱਚ ਰਹੇਗਾ, ਸਹਿਮਿਆ ਰਹੇਗਾ, ਸੜਦਾ ਰਹੇਗਾ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਫਰਮਾਨ ਕਰ ਰਹੇ, ਭੇਖੀ ਅਗਰ ਨਾ ਬੁੱਝਈ, ਚਿੰਤਾ ਹੈ ਮਨ ਮਾਹੇ। ਮਹਾਰਾਜ ਕਹਿੰਦੇ ਇਹ ਵੀ ਗੱਲ ਨਹੀਂ ਚੱਲਣੀ ਕਿ ਬਾਹਰੋਂ ਬੰਦਾ ਧਰਮ ਦਾ ਭੇਖ ਪਾ ਲਵੇ, ਬਾਣਾ ਪਾ ਲਵੇ। ਬਾਹਰੋਂ ਭੇਖ ਪਾਣ ਦੇ ਨਾਲ ਵੀ ਅੰਦਰੋਂ ਮਨ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਣੀ। ਇੱਕ ਵਾਰੀ ਅੰਮ੍ਰਿਤਸਰ ਦੀ ਧਰਤੀ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਦਾ ਉਧਾਰ ਕਰ ਰਹੇ ਨੇ। ਇੱਕ ਮਹਾਤਮਾ ਆ ਗਿਆ, ਪਿੰਡੇ 'ਤੇ ਸਵਾਹ ਮਲੀ ਹੋਈ ਹੈ ਬਹੁਤ ਸਾਰੀ, ਸਾਰੇ ਪਿੰਡੇ 'ਤੇ ਵਿਭੂਤੀ ਮਲੀ ਹੋਈ ਹੈ, ਚਿਹਰੇ ਦੇ ਉੱਪਰ ਵੀ ਉਹਨੇ ਵਿਭੂਤੀ ਮਲੀ ਹੋਈ ਹੈ। ਤੇ ਜਦੋਂ ਉਹ ਮਹਾਤਮਾ ਆ ਕੇ ਨਾ ਗੁਰੂ ਮਹਾਰਾਜ ਜੀ ਦੇ ਸਨਮੁਖ ਬੈਠ ਗਿਆ, ਲੋਕ ਉਹਦੀ ਬੜੀ ਉਪਮਾ ਕਰਨ ਵੀ ਇਹ ਤੇ ਪੂਰਨ ਮਹਾਤਮਾ ਵੇਖੋ ਜੀ, ਵਿਰਕਤ ਮਹਾਤਮਾ ਹੈ। ਉਸ ਸਮੇਂ ਭਾਈ ਸੁਤਰੇ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿੱਛੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸੀ। ਉਹ ਮਹਾਤਮਾ ਦੇ ਅੰਦਰ ਦੀ ਅਵਸਥਾ ਨੂੰ ਜਾਣ ਕੇ ਨਾ ਉਹਨੂੰ ਇਸ਼ਾਰਾ ਕਰਦੇ ਨੇ ਉਂਗਲ ਦੇ ਨਾਲ, ਹੱਥ ਦੇ ਨਾਲ, ਨਾ ਕਦੇ ਕਿਸ ਤਰ੍ਹਾਂ ਕਦੇ ਕਿਸ ਤਰ੍ਹਾਂ। ਉਹ ਪਹਿਲਾਂ ਤਾਂ ਉਹਨੇ ਦੇਖਿਆ ਨਹੀਂ ਇੰਨਾ, ਬਾਅਦ 'ਚ ਉਹਨੇ ਦੇਖਿਆ ਵੀ ਇਹ ਤਾਂ ਮੈਨੂੰ ਹੀ ਇਸ਼ਾਰਾ ਵਾਰ-ਵਾਰ ਕਰ ਰਿਹਾ, ਉਹਨੂੰ ਬੜਾ ਗੁੱਸਾ ਆਇਆ। ਤੇ ਫਿਰ
ਭਾਈ ਸੁਤਰੇ ਸ਼ਾਹ ਉਹ ਸੇਵਾ ਤੋਂ ਮੁਕਤ ਹੋ ਕੇ ਉਸ ਮਹਾਤਮਾ ਦੇ ਕੋਲ ਆ ਕੇ ਬੈਠ ਗਏ। ਉਹਨੂੰ ਫੇਰ ਇਸ਼ਾਰਾ ਕੀਤਾ। ਜਦੋਂ ਇੱਦਾਂ ਕਈ ਵਾਰ ਕੀਤਾ, ਉਹ ਇਹਨੂੰ ਇੰਨਾ ਗੁੱਸਾ ਆਇਆ। ਕਹਿੰਦੇ ਹਨ ਭਾਈ ਸੁਤਰੇ ਸ਼ਾਹ ਨੇ 2-3 ਵਾਰੀ ਉਹਦਾ ਨਾਮ ਹੀ ਪੁੱਛਿਆ ਵੀ ਤੇਰਾ ਨਾਂ ਕੀ? ਕਹਿੰਦਾ ਮੇਰਾ ਨਾਮ ਹੈ ਸੀਤਲ ਦਾਸ। ਜਦੋਂ ਵਾਰ-ਵਾਰ ਪੁੱਛਿਆ, ਡੰਡਾ ਲੈ ਕੇ ਪਿੱਛੇ ਚੜ੍ਹ ਗਿਆ ਵੀ ਤੈਨੂੰ ਹੁਣ ਤਾਂ ਅਜੇ ਦੱਸਿਆ ਮੈਂ ਵੀ ਮੇਰਾ ਨਾਂ ਸੀਤਲ ਦਾਸ ਹੈ। ਭਾਵ ਅੱਗ ਬਬੂਲਾ ਹੋ ਉੱਠਿਆ। ਭਾਈ ਸੁਤਰੇ ਸ਼ਾਹ ਕਹਿੰਦਾ ਮੈਂ ਵੀ ਕਾਫੀ ਟਾਈਮ ਤੋਂ ਇਹੀ ਦੇਖ ਰਿਹਾ ਸੀ ਵੀ ਨਾਮ ਇਹਦਾ ਸੀਤਲ ਦਾਸ ਹੈ, ਵੀ ਪਿੰਡੇ 'ਤੇ ਸਵਾਹ ਮਲੀ ਬੈਠਾ ਹੈ ਤੇ ਅੰਦਰ ਸੀਤਲਤਾ ਹੈ ਵੀ ਕਿ ਨਹੀਂ। ਕਿਉਂਕਿ ਬਾਣੀ ਵਿੱਚ ਬਚਨ ਆਉਂਦੇ ਨੇ, ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ। ਦਰਵੇਸ਼ ਉਹ ਰੁੱਖਾਂ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਰੁੱਖ ਦਾ ਕੀ ਸੁਭਾਅ ਹੈ? ਪੰਚਮ ਪਾਤਸ਼ਾਹ ਦੱਸਦੇ ਨੇ, ਸ਼ਸਤਰ ਤੀਖਣ ਕਾਟ ਡਾਰਿਓ, ਤਿਲ ਨਾ ਦੀਨੋ ਦੋਸ਼, ਕਾਜੂਆ ਕੋ ਲੇਸ ਵਾਰਿਓ, ਮਨ ਨਾ ਕੀਨੋ ਰੋਸ। ਕਿ ਤਿੱਖੇ ਸ਼ਸਤਰ ਦੇ ਨਾਲ ਆ ਕੇ ਦਰਖਤ ਨੂੰ ਵੱਢਿਆ ਕੱਟਿਆ। ਜਿਸ ਮਨੁੱਖ ਨੇ ਉਸ ਦਰਖਤ ਨੂੰ ਵੱਢਿਆ ਕੱਟਿਆ, ਦਰਖਤ ਉਹਦੇ ਪਤਾ ਨਹੀਂ ਕਿੰਨੇ ਕੁ ਕਾਰਜ ਵੱਢਿਆ ਕੱਟਿਆ ਹੋਇਆ ਵੀ ਸਵਾਰ ਦਿੰਦਾ। ਘਰ ਰੋਟੀ ਬਣਾਉਣ ਦਾ ਕੰਮ, ਫਰਨੀਚਰ ਦਾ ਕੰਮ, ਕਿੰਨਾ ਕੁਝ ਇੱਕ ਦਰਖਤ ਵਿੱਚੋਂ ਲੱਕੜ ਨਿਕਲ ਆਉਂਦੀ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਤਿਲ ਨਾ ਦੀਨੋ ਦੋਸ਼, ਕਾਜੂਆ ਕੋ ਲੈ ਸਵਾਰਿਓ, ਮਨ ਨਾ ਕੀਨੋ ਰੋਸ। ਤਾਂ ਉਹ ਭਾਈ ਸੁਤਰੇ ਸ਼ਾਹ ਕਹਿੰਦੇ ਮੈਂ ਵੀ ਇਹੀ ਦੇਖ ਰਿਹਾ ਸੀ, ਤੂੰ ਬਾਹਰ ਸਵਾਹ ਮਲੀ ਹੈ, ਤੇਰੇ ਅੰਦਰ ਅੱਗ ਜ਼ਰੂਰ ਹੋਵੇਗੀ। ਜੇ ਪਿੰਡੇ 'ਤੇ ਸਵਾਹ ਦਿਖਾਈ ਦੇ ਰਹੀ ਹੈ ਨਾ, ਜਿੱਥੇ ਰਾਖ ਹੋਵੇ ਸਮਝ ਲਓ ਉੱਥੇ ਅੱਗ ਬਲੀ ਹੋਈ ਹੈ। ਕਈ ਵਾਰ ਤੁਸੀਂ ਵੇਖੋ, ਜਦੋਂ ਆਪਾਂ ਲੰਗਰ ਬਣਾਉਂਦੇ ਹਾਂ ਨਾ, ਲੱਕੜਾਂ ਦੀ ਅੱਗ ਬਾਲਦੇ ਹਾਂ, ਉਹ ਤੁਸੀਂ 4-5 ਘੰਟਿਆਂ ਬਾਅਦ ਵੀ ਆ ਕੇ ਵੇਖਣਾ, ਕਈ ਵਾਰ ਜ਼ਿਆਦਾ ਸਮੇਂ ਸਾਰੀ ਰਾਤ ਵੀ ਉਹ ਜਿਹੜੀ ਛੋਟੀਆਂ ਲੱਕੜਾਂ ਮੱਚ ਜਾਂਦੀਆਂ ਨੇ, ਵਿੱਚ ਵੱਡੀ ਮੁੱਢੀ ਨਾ ਉਹ ਪਈ ਹੁੰਦੀ, ਉਹ ਜੇ ਵੀ ਅੱਗ ਅੰਦਰ ਛੁਪੀ ਹੁੰਦੀ ਆ ਰਾਖ ਦੇ ਵਿੱਚ। ਅਤੇ ਉਹ ਜਦੋਂ ਖੋਲੀਏ ਤਾਂ ਅੱਗ ਦਾ ਅੰਗਿਆਰਾ ਕੋਈ ਨਾ ਕੋਈ ਨਿਕਲ ਆਉਂਦਾ ਥੱਲੇ ਡੂੰਘਾ। ਇਸੇ ਤਰ੍ਹਾਂ ਭਾਈ ਸੁਤਰੇ ਸ਼ਾਹ ਕਹਿੰਦੇ ਤੂੰ ਨਾਮ ਜ਼ਰੂਰ ਰੱਖਿਆ ਹੈ, ਪਰ ਤੇਰਾ ਅੰਦਰ ਤਾਂ ਅੱਗ ਨਾਲ ਭਰਿਆ ਪਿਆ ਹੈ। ਮਹਾਰਾਜ ਕਹਿੰਦੇ ਹਨ, ਭੇਖੀ ਅਗਨ ਨਾ ਬੁਝਈ। ਬਾਹਰੋਂ ਭੇਖ ਹੀ ਧਾਰਨ ਕੀਤਾ ਸੀ, ਅੰਦਰ ਕਮਾਇਆ ਨਹੀਂ ਸੀ। ਚਿੰਤਾ ਹੈ ਮਨ ਮਾਏ, ਉਹਦੇ ਮਨ ਵਿੱਚ ਸਾਰ ਸਮੇਂ ਚਿੰਤਾ ਬਣੀ ਰਹਿੰਦੀ ਹੈ। ਵਰਮੀ ਮਾਰੀ ਸਾਫ ਨਾ ਮਰੈ, ਤਿਉਨ ਗੁਰੇ ਕਰਮ ਕਮਾਏ। ਜਿਵੇਂ ਵਰਮੀ ਕਹਿੰਦੇ ਨੇ ਖੁੱਡ ਨੂੰ, ਸੱਪ ਖੁੱਡ ਦੇ ਵਿੱਚ ਵੜਦਾ ਵੇਖ ਲਿਆ, ਉਸ ਖੁੱਡ ਨੂੰ ਕੁੱਟਣ ਲੱਗ ਪਏ। ਖੁੱਡ ਨੂੰ ਕੁੱਟਣ ਦੇ ਨਾਲ ਕਦੇ ਵੀ ਸੱਪ ਨਹੀਂ ਮਰਦਾ। ਕਈਆਂ ਨੇ ਕੀ ਕੀਤਾ, ਮਨ ਰੂਪੀ ਸੱਪ ਨੂੰ ਮਾਰਨ ਵਾਸਤੇ ਨਾ ਸਰੀਰ ਰੂਪੀ ਖੁੱਡ ਨੂੰ ਕਿਸੇ ਨੇ ਪੁੱਠਾ ਲਟਕਾਤਾ, ਕਿਸੇ ਨੇ ਕਿਹਾ ਮੈਂ ਅੰਨ ਹੀ ਛੱਡ ਦਿੱਤਾ ਹੈ, ਕਿਸੇ ਨੇ ਚੌਂਕੜਾ ਮਾਰ ਕੇ ਪ੍ਰਾਣਾਂ ਨੂੰ ਜਾਮ ਕਰਕੇ ਬਹਿ ਗਿਆ। ਮਹਾਰਾਜ ਕਹਿੰਦੇ ਇਸ ਸਰੀਰ ਰੂਪੀ ਖੁੱਡ ਨੂੰ ਜਿੰਨਾ ਮਰਜ਼ੀ ਤੁਸੀਂ ਤਪਾ ਲਓ, ਪਾਣੀ ਵਿੱਚ ਖਿਲਾਰ ਦਿਓ, 5 ਧੂਣੀਆਂ ਤਪਾ ਕੇ ਬੈਠ ਜਾਵੋ, ਪਰ ਮਨ ਰੂਪੀ ਸੱਪ ਨਹੀਂ ਮਰਿਆ। ਖੁੱਡ ਨੂੰ ਕੁੱਟਣ ਦੀ ਲੋੜ ਨਹੀਂ, ਗੱਲ ਹੈ ਮਨ ਨੂੰ, ਸੱਪ ਨੂੰ, ਮਨ ਰੂਪੀ ਸੱਪ ਨੂੰ ਵੱਸ ਵਿੱਚ ਕਰਨਾ ਹੈ। ਇਸੇ ਤਰ੍ਹਾਂ ਮਹਾਰਾਜ ਇੱਥੇ ਬਚਨ ਕਰ ਰਹੇ ਨੇ, ਵਰਮੀ ਮਾਰੀ ਸਾਪ ਨਾ ਮਰੈ। ਖੁੱਡ ਨੂੰ ਕੁੱਟਣ ਨਾਲ ਸੱਪ ਨਹੀਂ ਮਰਿਆ। ਤਿਉ ਨਗੁਰੇ ਕਰਮ ਕਮਾਏ। ਤਿਉਂ ਬੇਗੁਰਾ ਜੀਵ ਜੋ ਮਰਜ਼ੀ ਕਰਮ ਕਰੀ ਜਾਵੇ, ਸੱਚੇ ਗੁਰੂ ਤੋਂ ਬਿਨਾਂ ਉਹਦਾ ਮਨ ਵਸ ਵਿੱਚ ਨਹੀਂ ਆਉਂਦਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਜੇ ਪੂਰਨ ਗੁਰੂ ਦੀ ਪੂਰੀ ਕਿਰਪਾ ਹੋਵੇ, ਇਹ ਮਨ ਰੂਪੀ ਸੱਪ ਤਾਂ ਹੀ ਵਸ ਵਿੱਚ ਆਉਂਦਾ। ਦੇਖੋ ਕਈ ਵਾਰ ਆਪਾਂ ਵੇਖਦੇ ਜਿਹੜੇ ਮਾਂਦਰੀ ਹੁੰਦੇ ਨੇ ਨਾ, ਉਹ ਸੱਪ ਕਿੰਨਾ ਵੀ ਜ਼ਹਿਰੀਲਾ ਹੋਵੇ, ਗਾਰੜ ਮੰਤਰ ਦੁਆਰਾ ਉਹਨੂੰ ਵਸ ਵਿੱਚ ਕਰ ਲੈਂਦੇ ਨੇ। ਖੁੱਡ ਨੂੰ ਕੁੱਟਣ ਦੀ ਲੋੜ ਨਹੀਂ ਹੈ, ਬੀਨ ਵਜਾਉਂਦੇ ਨੇ, ਸੱਪ ਬਾਹਰ ਆ ਜਾਂਦਾ ਹੈ, ਪਟਾਰੀ ਬੰਦ ਕਰ ਲੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੀ ਬੀਨ ਵਜਾ ਉੱਠ ਕੇ ਅੰਮ੍ਰਿਤ ਵੇਲੇ ਵਾਹਿਗੁਰੂ 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 ਤੁਸੀਂ ਇਹ ਅਭਿਆਸ ਕਰਨ ਲੱਗ ਜਾਵੋ, ਵੇਖਿਓ ਮਨ ਤੁਹਾਡਾ ਵਿਸ਼ਿਆਂ ਵੱਲੋਂ ਸ਼ਾਂਤ ਹੋ ਜਾਵੇਗਾ, ਵਸ ਵਿੱਚ ਆ ਜਾਵੇਗਾ।
ਆਪਾਂ ਕੇਵਲ ਗੁਰੂ ਦਾ ਬਚਨ ਮੰਨਣਾ, ਬਾਕੀ ਕੰਮ ਗੁਰੂ ਨੇ ਕਰਨਾ, ਕਰੇ ਨਾ ਕਰੇ ਉਹ ਗੁਰੂ ਦਾ ਹੈ। ਆਪਾਂ ਨੂੰ ਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਤੇ ਆਵੈ। ਮਤ ਵਿੱਚ ਰਤਨ ਜਵਾਹਰ ਮਾਨਗ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਵੀ ਆਪਾਂ ਸੁਣ ਲਈਏ, ਕਮਾ ਲਈਏ, ਅੰਮ੍ਰਿਤ ਵੇਲਾ ਸੰਭਾਲਣ ਲੱਗ ਜਾਈਏ, ਕਿਉਂਕਿ ਉਹ ਸਾਡਾ ਪਹਿਲਾ ਜੀਵਨ ਦਾ ਪਾਠ ਹੈ। ਹਰ ਰੋਜ਼ ਆਪਾਂ ਨੂੰ ਨਵਾਂ ਜੀਵਨ ਮਿਲਦਾ ਹੈ, ਹਰ ਰੋਜ਼ ਆਪਾਂ ਨੂੰ ਨਵਾਂ ਜੀਵਨ ਮਿਲਦਾ ਹੈ। ਇਹ ਨਹੀਂ ਪੁਰਾਣਾ ਜੀਵਨ ਹੈ, ਨਵਾਂ ਜੀਵਨ ਮਿਲਦਾ। ਅਤੇ ਜਿਹੜਾ ਬ੍ਰਹਮ ਮੁਹੂਰਤ ਹੈ ਨਾ, ਅੰਮ੍ਰਿਤ ਵੇਲਾ, ਉਹ ਸਾਡੇ ਜੀਵਨ ਦਾ ਪਹਿਲਾ ਪਾਠ ਹੈ। ਜੇਕਰ ਆਪਣੇ ਜੀਵਨ ਦਾ ਪਹਿਲਾ ਪਾਠ ਸਹੀ ਹੈ ਤਾਂ ਬਾਕੀ ਵੀ ਸਹੀ ਰਹੇਗਾ। ਜੇ ਪਹਿਲਾਂ ਹੀ ਗਲਤ ਹੋ ਗਿਆ ਤਾਂ ਸਾਰਾ ਹੀ ਗਲਤ ਫਿਰ ਚੱਲੇਗਾ। ਇੱਕ ਵਾਰੀ ਗੱਡੀ ਲੈਣ 'ਤੇ ਚੜ੍ਹਦੇ ਠੀਕ ਚੱਲੀ ਜਾਂਦੀ ਹੈ ਨਾ, ਲੈਣ ਤੋਂ ਲੈ ਗਈ ਤਾਂ ਫਿਰ ਸਾਰੀ ਖੁਆਰੀ ਹੈ। ਜੇ ਆਪਾਂ ਅੰਮ੍ਰਿਤ ਵੇਲਾ ਖੰਝਾਤਾ, ਸਾਰਾ ਦਿਨ ਹੀ ਖੁਆਰ ਹੁੰਦੇ ਰਹਾਂਗੇ, ਜਿਹੜਾ ਹੈ ਗੁਰੇ ਦੀ ਤਰ੍ਹਾਂ ਫਿਰਦੇ ਰਹਾਂਗੇ। ਜੇ ਆਪਾਂ ਅੰਮ੍ਰਿਤ ਵੇਲਾ ਸੰਭਾਲ ਲਿਆ, ਇਸੇ ਕਰਕੇ ਸਕੂਲਾਂ ਵਿੱਚ ਵੀ ਤੁਸੀਂ ਦੇਖੋ ਬੱਚੇ ਜਾਂਦੇ ਨੇ ਨਾ, ਪਹਿਲਾਂ ਸ਼ੁਰੂਆਤ ਤੋਂ ਹੈ ਪ੍ਰਾਰਥਨਾ ਕਰਦੇ ਨੇ ਪਰਮਾਤਮਾ ਦੇ ਅੱਗੇ, ਪ੍ਰੇਅਰ ਕਰਦੇ ਨੇ, ਅਰਦਾਸ ਕਰਦੇ ਨੇ। ਸਾਰੇ ਪਹਿਲਾ ਪਾਠ ਇਹੀ ਹੈ। ਸ਼ੁਰੂਆਤ ਚੰਗੀ ਹੋ ਗਈ ਤਾਂ ਫਿਰ ਸਾਰਾ ਹੀ ਕੰਮ ਚੰਗਾ ਹੈ। ਸ਼ੁਰੂਆਤ ਹੀ ਗੜਬੜ ਹੋ ਗਈ ਤਾਂ ਫਿਰ ਸਾਰਾ ਦਿਨ ਹੀ ਖਰਾਬ ਗੜਬੜ ਰਹੇਗੀ। ਇਸ ਕਰਕੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਜੇ ਤੁਸੀਂ ਇੱਕ ਪਾਠ ਵੀ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਕਰ ਲਓ ਨਾ ਪੂਰੀ ਸਾਵਧਾਨੀ ਨਾਲ, ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਤੁਹਾਡੇ ਜੀਵਨ ਵਿੱਚ ਕੀ ਕੀ ਬਦਲਾਵ ਆ ਰਿਹਾ ਹੈ। ਹਰ ਰੋਜ਼ ਤੁਸੀਂ ਬਸ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਹੈ। ਥੋੜ੍ਹਾ ਜਿਹਾ ਸਮਾਂ ਸਿਮਰਨ ਕਰ ਲਓ। ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਟੈ ਨ ਡੋਲੀ, ਜਿਸ ਰਾਖੈ ਸਿਰਜਣਹਾਰ। ਸਿਮਰਨ ਕਰੋ ਆਪਣੇ ਘਰ ਵਿੱਚ ਬੈਠ ਕੇ, ਸੰਗਤ ਵਿੱਚ ਆ ਕੇ ਬੈਠ ਕੇ ਕਰੋ। ਸ਼ੁਰੂਆਤ ਚੰਗੀ ਹੈ ਤਾਂ ਉਹਦਾ ਅੰਤ ਵੀ ਚੰਗਾ ਹੋਵੇਗਾ, ਉਹਦਾ ਮੱਧ ਵੀ ਚੰਗਾ ਹੋਵੇਗਾ। ਸ਼ੁਰੂਆਤ ਹੀ ਗੜਬੜ ਹੋ ਗਈ ਤੇ ਕੰਮ ਖਰਾਬ ਹੈ। ਇਸ ਕਰਕੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਹੈ। ਤੋ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਜੇਕਰ ਮਨੁੱਖ ਸੱਚੇ ਗੁਰੂ ਦੇ ਬਚਨਾਂ ਨੂੰ ਨਹੀਂ ਕਮਾਉਂਦਾ ਤਾਂ ਉਹ ਜਿੰਨੇ ਮਰਜ਼ੀ ਨਿਗੁਰਾ ਹੋ ਕਰਕੇ ਕਰਮ ਕਰੀ ਜਾਵੇ, ਉਹਨੂੰ ਲਾਭ ਨਹੀਂ ਮਿਲਣ ਵਾਲਾ। ਸਤਿਗੁਰੂ ਦਾਤਾ ਸੇਵੀ ਹੈ, ਸ਼ਬਦ ਵਸੈ ਮਨ ਆਏ। ਸਤਿਗੁਰੂ ਦਾਤਾ ਹੈ ਨਾਮ ਦਾ। ਸਤਿਗੁਰੂ ਦੀ ਸੇਵਾ ਕਰੀਏ। ਸੇਵਾ ਕਰਨ ਤੋਂ ਭਾਵ ਕੀ ਹੈ? ਹੁਕਮ ਮੰਨਣਾ। ਸੇਵਾ ਕਰਨੀ, ਚੋਰ ਸਾਹਿਬ ਪਦ ਕਰਨਾ, ਰੁਮਾਲੇ ਬਦਲਨੇ, ਸਾਰੀ ਇਹ ਵੀ ਸੇਵਾ ਹੈ, ਪਰ ਮੁੱਖ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ। ਜਦੋਂ ਆਪਾਂ ਗੁਰੂ ਦਾ ਹੁਕਮ ਮੰਨਾਂਗੇ, ਸ਼ਬਦ ਵਸੈ ਮਨ ਆਏ, ਫਿਰ ਨਾਮ ਮਨ ਵਿੱਚ ਆ ਕੇ ਵਸ ਜਾਵੇਗਾ। ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਉਹ ਨਾਮ ਕਰੇਗਾ ਕਿ ਉਹ ਸ਼ਬਦ ਕਰੇਗਾ ਕਿ ਮਨ ਤਨ ਸੀਤਲ ਸ਼ਾਂਤ ਹੋਏ। ਤੁਹਾਡਾ ਮਨ ਵੀ ਔਰ ਤਨ ਵੀ ਸੀਤਲ ਹੋ ਜਾਵੇਗਾ, ਸ਼ਾਂਤੀ ਵਰਤੀ ਜਾਵੇਗੀ। ਭਾਵ ਸਰੀਰ ਵੀ ਸੁੱਖ ਨਾਲ ਭਰਿਆ ਰਹੇਗਾ ਹਰ ਸਮੇਂ, ਮਨ ਵੀ। ਤੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਅਗਨ ਬੁਝਾਇਓ। ਨਾਮ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ। ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਸਾਡੇ ਸਰੀਰ ਨੂੰ ਵੀ ਸਾੜਦੀ ਹੈ, ਸਾਡੇ ਮਨ ਨੂੰ ਵੀ ਸਾੜਦੀ ਹੈ। ਇਹਦੇ ਉਦਾਹਰਣ ਦਿੱਤੇ ਨੇ ਮਹਾਰਾਜ ਜੀ ਨੇ ਦੋ ਚੀਜ਼ਾਂ ਦੇ, ਹੈ ਤਾਂ ਪੰਜ ਨੇ। ਕਾਮ ਕ੍ਰੋਧ ਕਾਇਆ ਕੋ ਗਾਲੈ। ਕਾਮ ਦੀ ਅੱਗ ਤ੍ਰਿਸ਼ਨਾ, ਕ੍ਰੋਧ ਦੀ ਤ੍ਰਿਸ਼ਨਾ ਅੱਗ, ਉਹ ਵੀ ਮਨ ਨੂੰ ਵੀ ਸਾੜਦੀ ਹੈ ਔਰ ਸਾਡੇ ਤਨ ਨੂੰ ਵੀ ਸਾੜਦੀ ਹੈ, ਖਤਮ ਕਰ ਦਿੰਦੀ ਹੈ ਤਨ ਦੀ ਸ਼ਕਤੀ ਨੂੰ। ਪਰ ਜੇ ਨਾਮ ਜਿੱਥੇ ਆ ਗਿਆ, ਉਹ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਲੈਂਦਾ ਹੈ, ਸ਼ਾਂਤੀ ਵਿੱਚ ਲੈ ਆਉਂਦਾ ਹੈ। ਸੁੱਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ। ਸੁੱਖਾਂ ਸਿਰ ਸਦਾ ਸੁਖ ਹੋਏ। ਸ਼੍ਰੋਮਣੀ ਸੁੱਖ, ਉਹ ਸੁੱਖ ਜਿਹੜੇ ਕਦੇ ਨਾਸ ਹੀ ਨਹੀਂ ਹੁੰਦੇ, ਉਹ ਮਿਲ ਜਾਂਦੇ ਨੇ ਸੁੱਖ। ਜਾਂ ਵਿੱਚੋਂ ਆਪ ਗਵਾਏ, ਜਦੋਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਮੈਂ ਨੂੰ ਗਵਾ ਦਿੱਤਾ। ਪਰ ਫਿਰ ਸੁੱਖਾਂ ਸਿਰ ਸਦਾ ਸੁਖ ਹੋਏ। ਸੁੱਖ ਹੀ ਸੁੱਖ, ਕਦੇ ਦੁੱਖ ਆਉਂਦਾ ਨਹੀਂ ਹੈ।
महाराज कहते नानक वाहिगुरु गुरमुख उदासी सो करे जे सच रह लिव लाए। गुरमुख उदासी का भाव है माया तो उपराम हो जाना। उपराम होने तो भाव की है भी परिवार नूं कारोबार नूं छड्ड दिता, ऐसा नहीं। उपराम होने तो भाव है उदासी होने तो भाव है परिवार विच रहिंदिआं बाणी नाल जुड़ के रहना, कारोबार भी करना, परिवार नूं भी संभालना, पर अपना मन बाणी विच जोड़ के रखना। गुरमुख उदासी सो करे जे सच रह लिव लाए। वो फिर उदासी बन जाता है। परिवार विच रहिंदा होया जिहड़ा सच्चे वाहिगुरू विच लिव ला लैंदा, चिंता मूल ना होवे हर नाम रजा अघाए। उन्हां नूं किसी काम की चिंता नहीं हुंदी। वो परिवारक जिम्मेवारियां निभाउंदे ने, वाहिगुरू उन्हां दे कारज आप करी जांदा है। उन्हां दी सहायता विच आप आके खड़ जांदा है। सारे उन्हां दे बच्चिआं दे परिवार दे जिन्ने भी कारज ने वो अपने गुरसिखां नूं चिंता करन नहीं देंदा। अपने सेवक ही आपे राखै आपे नाम जपावै, जै जै काज कीरत सेवक ही तहा तहा उठ धावै। कई बार आपां तुसीं भी तजर्बा होना है, बाणी पढ़न वाले तुसीं सोचदे ये कारज इन्ने समय नूं होवेगा, पर वो महाराज पहले ही कर दिंदा है, क्योंकि वो गुरसिख बाणी पढ़दा है। उन्हें फुरना ही किया भी इन्ना समा लगेगा। महाराज कहते तेनों चिंता करने की लोड़ नहीं, लै पहले ही तेरा कारज कर देंगे हैं, आप सवार देंदा है कारज आके। तो महाराज कहते वो गुरमुख नाम नाल रजे हुंदे ने, तृप्त हुंदे हन। नानक नाम बिना न छूटी है, होमै पचै पचाए। भाई नाम तो बिना छुटकारा नहीं है। होमै विच तां जीव पचदा है, खुआर हुंदा है। जिन्ना ज़्यादा होमै करेगा उन्ना दुखी होवेगा। जे नाम जपेगा छुटकारा हो जाएगा। इन्हां चीज़ों तो पौड़ी धन गुरु रामदास जी का शब्द आया है। धन गुरु रामदास महाराज फरमान करें, जिनी हर हर नाम ध्याया तिनी पाए अड़े सर्व सुखा। संसार दे विच किसी धर्म जात मजहब का बंदा है जिहड़ा वाहिगुरू का नाम ध्याएगा भाई उहनूं सारे सुख मिलणगे। सिख दावा ना करन भी सानूं मिलणगे, जां हिंदू जां मुसलमान, ਜਿਹੜਾ भी वाहिगुरू का नाम ध्यावेगा, जिनी हर हर नाम ध्याया। जिमें अज आपां नूं समा है जिहड़ा बंदा पढ़ाई करेगा ये नहीं वेखिया जाता भी किहड़ा, ਉਹੀ दुनिया में तरक्की कर जाता है। ਜਿਹੜਾ कोई भी कला तुसीं सिखो, जे तुसीं ਉਹਦੇ ਵਿੱਚ पूरा तन मन अपना जोर लाते हो तो दुनिया में तुहाडा नाम हो जाता है। इस तरह ਜਿਹੜਾ भी नाम जपेगा ਉਹਨੂੰ सारे सुख मिलणगे। सब जन्म तिना का सफल है, जिन हर के नाम की मन लागी भुखा। उन्होंने सारा जन्म ही सफल हो गया, सारा जीवन जिन्होंने वाहिगुरू वाहिगुरू जपण की भुख लग गई है, जिन्होंने नाम जपण की भुख लगी। जिनी गुरु कै बचन आराध्या तिन विसर गए सब दुखा। जिन्होंने गुरु के बचन द्वारा, जिमें गुरु कहते उवें नाम जपना है भी आपां ते हुण 10 बजे उठना है, तो गुरु का बचन है ये बाणी विच लिख दिता महाराज जी ने। समा चौथा पैर सुबह कै, चौथा पैर वो वेखो कदों है 3 बजे तो लैके 6 बजे तक है। चौथा पैर सुबह कै सुरतियाँ उपजै चाओ। सुरते जिन्हां दी सुरत जागी हुई है, तिन्हां दरियावां स्यों दोस्ती। दरिया मैंने पानी के स्रोत, खूह टूबल जो भी है समरसीबल अजकल, वो पानी के स्रोत उन्हां नाल उन्हां दी दोस्ती हुंदी गुरमुखां दी। तिने महाराज कहते चौथे पैर सुबह कै सुरतियाँ उपजै चाहो। तिन्हां दरियावां स्यों दोस्ती, पानी के स्रोतां नाल उन्हां दी दोस्ती हुंदी है। की करदे ने? इशनान करदे ने। मन मुख साचा नाम, उन्हां दे मन विच भी मुख विच भी की हुंदा है? वाहिगुरू वाहिगुरू परमात्मा का नाम। तो महाराज फरमान करते ने उन्होंने सारे दुख फिर दूर चले जाते हैं जिन्हों ने गुरु के बचन को मन के नाम जपया है। ते संत भले गुर सिख है जिन नाही चिंत पराई चुखा। हुण कई कहते संत नहीं हुंदे, धन गुरु रामदास जी कह रहे ने भी वो संत हन, वो गुर सिख हन, भले हन। ते संत भले गुर सिख हैं जिन नाही चिंत पराई चुखा, जिन्होंने किसी तरह की चिंता नहीं है। रंचक मात्र भी पराई जी किसी भी कार्य की कोई चिंता नहीं है। धन धन तिना का गुरु है जिस अमृत फल हर लागे मुखा। उन्हों का गुरु भी धन है। ऐसे गुरसिखां दा
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਅੰਮ੍ਰਿਤ ਫਲ ਬਾਣੀ ਦੇ ਸਾਰੇ ਸ਼ਬਦ ਕੀ ਨੇ? ਅੰਮ੍ਰਿਤ ਫਲ ਨੇ। ਉਹ ਫਲ ਜਿਹੜਾ ਮੌਤ ਤੋਂ ਰਹਿਤ ਕਰ ਦੇਵੇ, ਜੋ ਜੀਵ ਨੂੰ ਅਮਰ ਕਰ ਦੇਵੇ, ਉਹ ਫਲ ਜਿੰਨੇ ਵੀ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿੰਨੇ ਵੀ ਅੰਮ੍ਰਿਤ ਅੱਖਰ ਨੇ, ਇਹ ਸਾਰੇ ਕੀ ਹਨ? ਅੰਮ੍ਰਿਤ ਫਲ। ਧੰਨ ਧੰਨ ਤਿਨਾਂ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ, ਜਿਨ੍ਹਾਂ ਦੇ ਮੁਖ ਨੂੰ, ਸਰੂਪ ਨੂੰ ਇਹ ਅੰਮ੍ਰਿਤ ਫਲ ਲੱਗੇ ਹੋਏ ਨੇ। ਐਸਾ ਗੁਰੂ ਧਨੰਤਾ ਦੇ ਯੋਗ ਹੈ। ਐਸੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਾਂ ਲਾਹਾ ਲਈਏ। ਐਸੀ ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।